ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣਹਾਰ ਦਇਆਲਾ ਨਾਨਕ ਘਰ ਕੇ ਗੂਲੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਣ ਨਾ ਸਕੋ। ਤੂੰ ਠਾਕੁਰ ਊਚ ਭਗਵਾਨਾ। ਜਿਉਂ ਬੁਲਾਵੇ ਤਿਉਂ ਬੁਲਹਿ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ। ਆਪਣੇ ਮੇਰੇ ਤੁਹਾਡੇ ਸਾਰੀ ਸੰਗਤ ਦੇ ਭਾਗ ਜਾਗੇ ਹਨ। ਸਤਿਗੁਰੂ ਜੀ ਦੀ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਆਪ ਲੜੀਵਾਰ ਸਰਵਣ ਕਰ ਰਹੇ ਹੋ। ਇਹ ਜਾਪ ਸਾਹਿਬ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਪਾਵਨ ਬਾਣੀ ਸ੍ਰੀ ਪਾਉਂਟਾ ਸਾਹਿਬ ਦੀ ਧਰਤੀ ਤੇ ਉਚਾਰਨ ਕੀਤੀ ਹੈ। ਇਸ ਬਾਣੀ ਨਾਲ ਬਹੁਤ ਸਤਿਗੁਰੂ ਦੀ ਪਾਠ ਕਰਨ ਨਾਲ, ਬਾਣੀ ਦਾ ਜਾਪ ਕਰਨ ਨਾਲ ਬਖਸ਼ਿਸ਼ ਵਰਤਦੀ ਹੈ, ਵੀ ਰਸ ਵੀ ਆਉਂਦਾ ਹੈ, ਜਪਾ ਜਾਪ ਚੱਲ ਪੈਂਦਾ ਹੈ। ਵਾਹਿਗੁਰੂ ਦੀ ਉਸਤਤ ਇਸ ਬਾਣੀ ਵਿੱਚ ਸਤਿਗੁਰੂ ਜੀ ਨੇ ਕੀਤੀ ਹੈ। ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ। ਬੇਅੰਤ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ। ਉਸ ਵਾਹਿਗੁਰੂ ਦੀ ਉਸਤਤ ਕਰਨ ਦੇ ਪ੍ਰਥਾਏ ਸਤਿਗੁਰੂ ਜੀ ਕਿਰਪਾ ਕਰਨ। ਸੋ ਇਸ ਬਾਣੀ ਦੇ 22 ਛੰਦ ਹਨ। ਅੱਜ 22ਵਾਂ ਛੰਦ ਦੀ ਵਿਚਾਰ ਆਪਾਂ ਨੇ ਕਰਨੀ ਹੈ। ਅੱਜ ਸਤਿਗੁਰੂ ਦੀ ਮਿਹਰ ਨਾਲ ਸ੍ਰੀ ਜਾਪ ਸਾਹਿਬ ਜੀ ਦੀ ਜੋ ਲੰਮੇ ਸਮੇਂ ਤੋਂ ਕਥਾ ਚੱਲ ਰਹੀ ਸੀ, ਆਪ ਸੰਗਤਾਂ ਸਰਵਣ ਕਰ ਰਹੇ ਸੋ ਅੱਜ ਸੰਪੂਰਨਤਾ ਹੀ ਹੋਣੀ ਹੈ। ਸੋ ਆਓ ਗੁਰੂ ਕਿਰਪਾ ਕਰੇ ਭਾਵਨਾ ਨਾਲ ਪਾਣੀ ਵਿਚਾਰ ਕਰੀਏ ਤੇ ਸਰਵਣ ਕਰੀਏ। ਮਹਾਰਾਜ ਉਚਾਰਦੇ ਨੇ ਭੁਜੰਗ ਪਰਿਆਤ ਛੰਦ। ਇਹ ਜੋ ਛੰਦ ਦਾ ਨਾਮ ਹੈ ਭੁਜੰਗ ਪਰਿਆਤ, ਭਾਵ ਸੱਪ ਦੀ ਚਾਲ ਵਾਲਾ ਛੰਦ ਹੈ। ਜਿਵੇਂ ਸੱਪ ਦੋਨੇ ਪਾਸੇ ਇੱਕੋ ਜਿਹਾਈ ਵਲ ਪਾ ਕੇ, ਵਲ ਖਾ ਖਾ ਕੇ ਚੱਲਦਾ, ਇੱਦਾਂ ਇਹ ਚਾਲ ਹੈ ਛੰਦ ਦੀ। ਮਹਾਰਾਜ ਕਿਰਪਾ ਕਰਦੇ ਉਸ ਵਾਹਿਗੁਰੂ ਪਰਮੇਸ਼ਰ ਦੀ ਉਸਤਤੀ ਕਰਦੇ ਕਹਿਣ ਲੱਗੇ, ਨਮਸਤੁਲ ਪ੍ਰਣਾਮੇ
ਸਮਸਤੁਲ ਪ੍ਰਨਾਸੇ। ਨਮਸਤੁਲ ਹੁੰਦਾ ਹੈ ਕਿ ਨਮਸਕਾਰ ਯੋਗ ਵਾਹਿਗੁਰੂ ਪਰਮੇਸ਼ਰ। ਨਮਸਕਾਰ ਕਰਨੀ ਬਣਦੀ ਉਸ ਪਰਮੇਸ਼ਰ ਨੂੰ, ਉਹ ਨਮਸਕਾਰ ਕਰਨ ਦੇ ਯੋਗ ਹਨ। ਹੋਰ ਨਹੀਂ ਅਸੀਂ ਕਿਸੇ ਨੂੰ ਨਮਸਕਾਰ ਕਰਨੀ, ਮੱਥਾ ਟੇਕਣਾ, ਵਾਹਿਗੁਰੂ ਦੇ ਚਰਨਾਂ 'ਚ ਹੀ ਨਮਸਕਾਰ ਕਰਨੀ, ਉਹ ਨਮਸਕਾਰ ਕਰਨ ਦੇ ਯੋਗ ਹਨ। ਮਹਾਰਾਜ ਕਹਿੰਦੇ ਨਮਸਤੁਲ ਪ੍ਰਣਾਮੇ। ਪ੍ਰਣਾਮੇ ਹੁੰਦੀ ਹੈ ਨਮਸਕਾਰ। ਭਾਵ ਪੰਕਤੀ ਦਾ ਪਹਿਲੇ ਦੋ ਅੱਖਰਾਂ ਦਾ ਅਰਥ ਕਰੀਏ ਕਿ ਵਾਹਿਗੁਰੂ ਪਰਮੇਸ਼ਰ ਨਮਸਕਾਰ ਕਰਨ ਯੋਗ ਹਨ ਅਤੇ ਸਮਸਤੁਲ ਪ੍ਰਨਾਸੇ। ਸਮਸਤੁਲ ਸਾਰੇ ਹੀ, ਸਭ ਨੂੰ। ਪ੍ਰਨਾਸੇ ਹੁੰਦਾ, ਪ੍ਰਨਾਸ ਹੁੰਦਾ ਖਤਮ ਕਰਨ ਵਾਲਾ, ਖਤਮ ਕਰਨਾ। ਵਾਹਿਗੁਰੂ ਪਰਮੇਸ਼ਰ ਜੀ ਨਮਸਕਾਰ ਕਰਨ ਯੋਗ ਹਨ ਅਤੇ ਉਹ ਸਾਰਿਆਂ ਨੂੰ ਨਾਸ਼ ਕਰਨ ਵਾਲੇ ਹਨ, ਸਭ ਨੂੰ ਨਾਸ਼ ਕਰਨ ਵਾਲੇ ਨੇ। ਅੱਗੇ ਅੰਗੁੰਜਲ ਅਨਾਮੇ ਸਮਸਤੁਲ ਨਿਵਾਸੇ। ਅੰਗੁੰਜਲ ਹੁੰਦਾ ਟੁੱਟਣ ਤੋਂ ਰਹਿਤ। ਅੰਗੁੰਜਲ ਟੁੱਟਣ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਤੇ ਨਾਮ ਤੋਂ ਰਹਿਤ ਨੇ ਜਿਹੜੇ ਸਤਿਗੁਰੂ। ਸਮਸਤੁਲ ਨਿਵਾਸੇ ਨਮਸਕਾਰ ਕੇ ਸਤਿਗੁਰੂ ਨੂੰ ਕਰਨੀ ਹੈ ਜੋ ਸਾਰਿਆਂ ਦਾ ਨਾਸ਼ ਕਰਨ ਵਾਲੇ ਨੇ। ਅਤੇ ਇਸ ਪੰਕਤੀ ਦੇ ਅਰਥ ਨੇ ਅੰਗੁੰਜਲ ਅਨਾਮੇ। ਅੰਗੁੰਜਲ ਟੁੱਟਣ ਤੋਂ ਰਹਿਤ ਨੇ, ਭੱਜਣ ਤੋਂ ਰਹਿਤ ਨੇ, ਖਤਮ ਹੋਣ ਤੋਂ ਰਹਿਤ ਨੇ ਤੇ ਨਾਮ ਤੋਂ ਬਿਨਾਂ ਨੇ। ਕੋਈ ਇਹ ਨਹੀਂ ਵੀ ਇੱਕ ਆਹ ਨਾਂ ਹੈ ਵਾਹਿਗੁਰੂ ਦਾ। ਨਾਮਾਂ ਤੋਂ ਰਹਿਤ ਨੇ ਔਰ ਸਮਸਤੁਲ ਨਿਵਾਸੇ ਸਾਰਿਆਂ ਵਿੱਚ ਨਿਵਾਸ ਕਰਨ ਵਾਲੇ ਹਨ। ਜਾਇਆ ਕਰੋ ਕਿ ਹੇ ਪ੍ਰਭੂ ਤੁਸੀਂ ਟੁੱਟਣ ਤੋਂ ਰਹਿਤ ਹੋ ਅਤੇ ਨਾਮ ਤੋਂ ਰਹਿਤ ਹੋ ਅਤੇ ਸਾਰਿਆਂ ਵਿੱਚ ਨਿਵਾਸ ਰੱਖਣ ਵਾਲੇ ਹੋ। ਜਦੋਂ ਬਾਣੀ ਦੀ ਕਥਾ ਸਰਵਣ ਕਰਨੀ ਹੈ ਤੇ ਇਹ ਅੰਦਰ ਯਕੀਨ ਬਣਨਾ ਹੈ ਕਿ ਸਾਰਿਆਂ ਵਿੱਚ ਨਿਵਾਸ ਹੈ ਵਾਹਿਗੁਰੂ ਦਾ। ਤੇ ਗੁਰਮੁਖੋ ਜਦੋਂ ਇਹ ਯਕੀਨ ਆ ਜਾਏਗਾ ਕਿ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਕੱਲ ਵੀ ਬੇਨਤੀਆਂ ਕੀਤੀਆਂ ਸਨ ਕਿ ਜਦੋਂ ਬਾਣੀ ਦੀ ਵਿਚਾਰ ਕਰਨ ਉਪਰੰਤ ਪ੍ਰਚੰਡ ਗਿਆਨ ਹੋਏਗਾ ਮਨੁੱਖ ਨੂੰ, ਫਿਰ ਇਹ ਨਿੰਦਿਆ ਕਿਹਦੀ ਕਰੇਗਾ, ਬੁਰਾ ਕਿਹਨੂੰ ਕਹੇਗਾ। ਜਦੋਂ ਇਹਨੂੰ ਪਤਾ ਲੱਗ ਜੇ ਕਿ ਸਾਰਿਆਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ, ਫਿਰ ਦੁਸ਼ਮਣ ਕਿਹਨੂੰ ਠਹਿਰਾਏਗਾ, ਨਿੰਦਿਆ ਕਿਹਦੀ ਕਰੇਗਾ, ਬੁਰਾ ਕਿਹਨੂੰ ਬੋਲੇਗਾ, ਮਾੜਾ ਕਿਹਨੂੰ ਕਹੇਗਾ। ਤੇ ਤਾਨੇ ਤਾਂ ਸਤਿਗੁਰੂ ਕਹਿੰਦੇ ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ। ਜਦੋਂ ਇਹਨੂੰ ਯਕੀਨ ਹੋ ਜਾਏ ਕਿ ਸਾਰਿਆਂ ਵਿੱਚ ਉਹਦੀ ਜੋਤ ਹੈ, ਸਾਰਿਆਂ ਵਿੱਚ ਉਹ ਸਮਾਇਆ ਹੋਇਆ ਹੈ, ਫਿਰ ਨਾ ਕੋ ਵੈਰੀ ਨਾ ਇਹਦਾ ਕੋਈ ਦੁਸ਼ਮਣ ਰਹਿਣਾ ਹੈ। ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਣਾਈ। ਫਿਰ ਤਾਂ ਇਹਨੂੰ ਰੱਬ ਹੀ ਦਿਸਣਾ ਹੈ, ਪ੍ਰਮਾਤਮਾ ਹੀ ਦਿਸਣਾ ਹੈ। ਫਿਰ ਇਹਦਾ ਨਿਰਮਲ ਇੰਨਾ ਜੀਵਨ ਹੋ ਜਾਣਾ ਹੈ, ਨਿੰਦਿਆ ਨਹੀਂ ਕਰਨੀ। ਕਰਨੀ ਕਿਹਦੀ ਨਿੰਦਿਆ ਫਿਰ ਜੇ ਦੂਜਾ ਹੈ ਹੀ ਨਹੀਂ। ਬਾਣੀ ਦੀ ਕਥਾ ਸੁਣਨ ਦਾ ਬਹੁਤ ਵੱਡਾ ਮਹਾਤਮਾ। ਇਹਦੇ ਨਾਲ ਅਵਸਥਾ ਬਹੁਤ ਵੱਡੀ ਬਣਦੀ ਹੈ ਤੇ ਮਨੁੱਖ ਸੰਸਾਰ ਤੋਂ ਸੁਰਖਰੂ ਹੋ ਕੇ ਜਾਂਦਾ ਹੈ। ਰੱਬ ਦੇ ਪਿਆਰੇ ਬ੍ਰਹਮ ਗਿਆਨੀ ਉਹ ਕਹਿੰਦੇ ਕਿਉਂ ਮਾੜਾ ਕਹਿਣਾ, ਕਿਸੇ ਨੂੰ ਮਾੜਾ ਹੈ ਹੀ ਨਹੀਂ ਕੋਈ। ਜੋ ਕਰ ਕਰਵਾ ਰਿਹਾ ਪ੍ਰਮਾਤਮਾ ਕਰਦਾ ਹੈ ਜਦ ਸਾਰਿਆਂ ਵਿੱਚ ਉਹਦੀ ਜੋਤ ਹੈ। ਕਥਾ ਸੁਣਨ ਤੇ ਸ਼ਬਦ ਦੀ ਕਮਾਈ ਕਰਨ ਨਾਲ ਇੱਕ ਬਹੁਤ ਵੱਡਾ ਲਾਭ ਹੈ ਕਿ ਬੰਦਾ ਨਿੰਦਿਆ ਈਰਖਾ ਵਕੀਲੀ ਤੋਂ ਦੂਰ ਹੋ ਜਾਂਦਾ। ਫਿਰ ਅੱਗੇ ਵਿਚਾਰ ਕਰੀਏ ਨਿਰਕਾਮ ਵਿਭੂਤੇ। ਨਿਰਕਾਮ ਕਾਮਨਾ ਤੋਂ ਰਹਿਤ, ਅਸੀਂ ਸਾਰੇ ਕਾਮਨਾ ਦੇ ਅਧੀਨ। ਉਹ ਵਾਹਿਗੁਰੂ ਦੀ ਕਾਮਨਾ ਤੋਂ ਰਹਿਤ ਜਾਂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ
ਉਹ ਕਾਮਨਾ ਤੋਂ ਰਹਿਤ ਹੋ ਜਾਂਦੇ ਹਨ। ਉਹਨਾਂ ਨੂੰ ਕੋਈ ਕਾਮ ਨਿਸ਼ਕਾਮ ਹੋ ਜਾਂਦੇ ਹਨ। ਅਸੀਂ ਸ਼ਕਾਮ ਕੰਮ ਕਰਦੇ, ਉਹ ਨਿਸ਼ਕਾਮ ਕਰਮ ਕਰਦੇ ਹਨ। ਵਿਭੂਤੀ ਹੁੰਦੀ ਸੰਪਤਾ ਆਦਿਕ, ਭਾਵ ਉਹ ਕਾਮਨਾ ਤੋਂ ਰਹਿਤ, ਕਰਮ ਮੁਕਤ ਕਰਨ ਵਾਲੀ ਸੰਪਦਾ ਵਾਲਾ ਹੈ। ਸੰਪਦਾ ਉਹਦੀ ਸ਼ਕਤੀ ਹੈ ਉਹਦੇ ਪਾਸ। ਜੇ ਉਹਦੀ ਕਥਾ ਸੁਣੋਗੇ, ਬਾਣੀ ਪੜ੍ਹੋਗੇ, ਜੋੜੀ ਜੋੜੀ ਉਹਨਾਂ ਨੇ ਆਪਣੀ ਰਸਨਾ ਤੋਂ ਬਚਨ ਉਚਾਰਨ ਕੀਤੇ ਹਨ, ਉਹਨਾਂ ਨੂੰ ਪੜ੍ਹੋਗੇ, ਉਹਨਾਂ ਨੂੰ ਸੁਣੋਗੇ, ਫਿਰ ਕਾਮਨਾ ਤੋਂ ਰਹਿਤ ਹੋ ਜਾਣਾ ਹੈ। ਅਸੀਂ ਉਹਦੇ ਵਰਗੇ ਹੀ ਹੋ ਜਾਂਦੇ। ਹਰਿ ਕਾ ਸੇਵਕ ਸੁਹਰ ਦੇਹਾ, ਭੇਦ ਨ ਜਾਣੋ ਮਾਨਸ ਦੇਹਾ। ਹਰ ਜੰਦੂ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਜਲ ਤੇ ਉਪਜਿਤ ਰੰਗ ਜਿਉ, ਜਲ ਹੀ ਵਿਖੈ ਹੈ ਸਮਾਹੇ। ਨਿਰਕਾਮੰ ਵਿਭੂਤੇ ਸਮਸਤੁਲ ਸਰੂਪੇ। ਫੇਰ ਅੱਖਰ ਆਇਆ ਇਸ ਛੰਦ ਵਿੱਚ, ਤੀਜੀ ਵੇਰ ਆ ਗਿਆ ਸਮਸਤੁਲ ਸ਼ਬਦ। ਪਹਿਲਾਂ ਆਇਆ ਸੀ ਨਮਸਤੁਲ ਪ੍ਰਣਾਮੇ, ਸਮਸਤੁਲ ਪ੍ਰਣਾਸੇ। ਫਿਰ ਆਇਆ ਸੀ ਅੰਗੁੰਜਲ ਅਨਾਮੇ ਤੇ ਸਮਸਤੁਲ ਨਿਵਾਸੇ। ਹੁਣ ਆਇਆ ਤੀਸਰੀ ਵੇਰੀ, ਫਿਰ ਆਇਆ ਨਿਰਕਾਮੰ ਵਿਭੂਤੇ ਸਮਸਤੁਲ ਸਰੂਪੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਹੈ ਜਿਹੜਾ ਸਭ ਦਾ ਸਰੂਪ ਹੈ, ਸਾਰਿਆਂ ਜੋਤ ਹੈ ਜਦੋਂ ਉਹਦਾ ਹੀ ਸਰੂਪ ਹੈ ਵਾਹਿਗੁਰੂ ਜੀ ਦਾ। ਫਿਰ ਅੱਗੇ ਕਹਿੰਦੇ ਕੁਕਰਮ ਪਰਨਾਸੀ, ਜਿਹੜੇ ਬੁਰੇ ਕਰਮ ਕਰਨ ਵਾਲੇ ਨੇ, ਖੋਟੇ ਕਰਮ ਕਰਨ ਵਾਲੇ ਨੇ, ਉਹਨਾਂ ਨੂੰ ਨਾਸ਼ ਕਰਨ ਵਾਲਾ ਹੈ। ਕੁਕਰਮ ਹੁੰਦਾ ਮੰਦੇ ਕਰਮਾਂ ਦਾ ਕਰਨ ਵਾਲਾ, ਜਿਹੜਾ ਪਰਨਾਸੀ ਨਾਸ਼ ਕਰਨ ਵਾਲਾ। ਬੁਰੇ ਕਰਮ ਕਰਨ ਵਾਲਿਆਂ ਨੂੰ ਨਾਸ਼ ਕਰ ਦਿੰਦਾ। ਹਰਨਾਕਸ਼ ਨੂੰ ਮਿੰਟ ਨਹੀਂ ਲਾਇਆ ਪਰਮੇਸ਼ਰ ਨੇ। ਕੰਸ ਵਰਗਿਆਂ ਨੂੰ ਨਾਸ਼ ਕਰ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਜੋ ਬੁਰੇ ਕਰਮ ਕਰਨ ਵਾਲੇ ਸੀ ਉਹਨਾਂ ਨੂੰ ਨਾਸ਼ ਕਰ ਦਿੰਦਾ, ਕਰਮੀਆਂ ਨੂੰ ਨਾਸ਼ ਕਰ ਦਿੰਦਾ ਹੈ। ਸੁਧਰਮ ਵਿਭੂਤੇ, ਸੁਧਰਮ ਹੁੰਦਾ ਚੰਗੇ ਸ੍ਰੇਸ਼ਟ ਧਰਮ ਵਾਲਾ, ਜਿਹੜਾ ਉਹ ਸ੍ਰੇਸ਼ਟ ਧਰਮਾਂ ਦੀ ਸੰਪਦਾ ਦੇਣ ਵਾਲਾ ਹੈ। ਉਹ ਇੰਨੀ ਬਖਸ਼ਿਸ਼ ਕਰ ਦਿੰਦਾ, ਫਿਰ ਉਹ ਸ਼ੁਭ ਕਰਮ ਕਰਦਾ ਮਨੁੱਖ, ਜਿਹਦੇ ਤੇ ਉਹ ਕਿਰਪਾ ਕਰ ਦਿੰਦਾ। ਫਿਰ ਕਹਿੰਦੇ ਸਦਾ ਸੱਚ ਦਾ ਆਨੰਦ, ਸਤਰੰਗ ਪਰਨਾਸੀ। ਸੱਚ ਦਾ ਆਨੰਦ, ਸਤ ਚਿੱਤ ਆਨੰਦ, ਸੱਚ ਦਾ ਆਨੰਦ, ਸਤ ਚਿੱਤ ਆਨੰਦ ਹੈ ਜੋ ਪਰਮਾਤਮਾ ਹੈ। ਸਤਰੰਗ ਹੁੰਦਾ ਛਤਰੀ, ਪਰਨਾਸੀ ਹੁੰਦਾ ਨਾਸ਼ ਕਰਨ ਵਾਲਾ। ਉਹ ਸਦਾ ਸਤ ਚਿੱਤ ਅਤੇ ਆਨੰਦ ਸਰੂਪ ਵਾਲਾ ਹੈ ਤੇ ਸ਼ਤਰੂਆਂ ਦਾ ਨਾਸ਼ ਕਰਨ ਵਾਲਾ ਹੈ। ਸਦਾ ਸੱਚ ਦਾ ਆਨੰਦ, ਸਤਰੰਗ ਪਰਨਾਸੀ। ਉਹ ਸਤਚਿਤ ਆਨੰਦ ਹੈ, ਨਾ ਹੀ ਹਰਖ ਨਾ ਹੀ ਉਹ ਸੋਗ। ਜਿੱਦਾਂ ਸਾਨੂੰ ਕਈ ਵਾਰੀ ਅਸੀਂ ਖੁਸ਼ ਹੋ ਜਾਂਦੇ, ਬਹੁਤੇ ਕਈ ਵਾਰੀ ਅਸੀਂ ਸੋਗ ਵਿੱਚ ਚਲੇ ਜਾਂਦੇ। ਕੁਛ ਮਿਲੇ ਸਾਡੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ, ਤੇ ਜੇ ਅਸੀਂ ਕੁਛ ਚਲਿਆ ਜਾਵੇ ਤੇ ਅਸੀਂ ਸੋਗ ਆ ਜਾਂਦਾ ਸਾਨੂੰ। ਪਰ ਉਹ ਵਾਹਿਗੁਰੂ ਨਹੀਂ ਐਸੇ, ਉਹ ਸਦਾ ਆਨੰਦ ਵਿੱਚ ਹੀ ਰਹਿੰਦੇ ਹਨ। ਸੱਚ ਦਾ ਆਨੰਦ, ਸੱਚ ਦਾ ਆਨੰਦ ਪ੍ਰਾਪਤ ਹੋਇਆ ਹੈ। ਸਤਰੰਗ ਪਰਨਾਸੀ ਤੇ ਸ਼ਤਰੂਆਂ ਨੂੰ ਪਰਨਾਸੀ ਨਾਸ਼ ਕਰਨ ਵਾਲਾ ਹੈ। ਕਰੀ ਮੁੱਲ ਕੁਨਿੰਦਾ, ਕਰੀ ਮੁੱਲ ਹੁੰਦਾ ਬਖਸ਼ਿਸ਼ ਕਰਨ ਵਾਲਾ। ਉਹ ਬਖਸ਼ਿਸ਼ ਕਰਨ ਵਾਲਾ ਹੈ ਤੇ ਸਾਰਿਆਂ ਵਿੱਚ ਨਿਵਾਸ। ਚੌਥੀ ਵੇਰ ਆਇਆ ਫਿਰ ਸਮਸਤੁਲ ਨਿਵਾਸੀ। ਦੇਖੋ ਸਮਸਤੁਲ ਸ਼ਬਦ ਕਿੰਨੀ ਵਾਰੀ ਵਰਤਿਆ ਮਹਾਰਾਜ ਨੇ ਛੰਦ ਵਿੱਚ। ਕਰੀ ਮੁੱਲ ਕੁਨਿੰਦਾ, ਕਰੀਮ ਬਖਸ਼ਿਸ਼ ਕੁਨਿੰਦਾ ਕਰਨ ਵਾਲਾ ਹੈ। ਸਮਸਤੁਲ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਹੈ। ਅਜਾਇਬ ਵਿਭੂਤੇ, ਅਜਾਇਬ ਹੁੰਦਾ ਅਜਬ, ਅਜਬ ਹੁੰਦਾ ਅਸਚਰਜ। ਅਜੈਬ ਅਜਬ ਤੋਂ ਬਣਿਆ, ਅਜਬ ਅਸਚਰਜ, ਹੈਰਾਨ ਕਰ ਦੇਣ ਵਾਲੀ ਗੱਲ। ਉਹਦੀ ਸੰਪਦਾ ਹੈ, ਉਹਦੀ ਕਿਰਪਾ ਬਖਸ਼ਿਸ਼ ਹੈ, ਉਹ ਹੈਰਾਨ ਕਰ ਦੇਣ ਵਾਲਾ ਹੈ। ਐਸੇ ਕਰਮ ਕਰ ਦਿੰਦਾ ਬੰਦਾ, ਉਹ ਹੱਕਾ ਬੱਕਾ ਹੀ ਰਹਿ ਜਾਂਦਾ, ਹੈਰਾਨ ਹੋ ਜਾਂਦਾ। ਅਜਾਇਬ ਪੂਤੇ, ਗਜਾਇਬ ਗਨੀਮੇ। ਗਜਾਇਬ ਹੁੰਦਾ ਗਜਬ, ਕਹਿਰ ਕਰਨ ਵਾਲਾ।
गजब दा कहर करन वाला है, गनीमे खत्म करन वाला है। ਉਹ ਆਸ਼ਚर्य ਕੌਤਕ ਵੀ ਕਰਨ ਵਾਲਾ ਹੈ ਤੇ ਗਜੈਬ ਗਜਬ ਦਾ ਉਹ ਵਾਹਿਗੁਰੂ ਪਰਮੇਸ਼ਰ ਹੈ। ਆਸ਼ਚर्य ਰੂਪ ਸੰਪਦਾ ਵਾਲਾ ਵੀ ਤੇ ਬੈਰੀਆਂ ਤੇ ਕਹਿਰ ਕਰਨ ਵਾਲਾ ਵੀ ਹੈ। ਐਸਾ ਕਹਿਰ ਕਰਦਾ ਬਸ ਦੇਖਦੇ ਰਹਿ ਜਾਂਦੇ ਲੋਕ। ਹਰੀਅੰ ਕਰੀਅੰ ਕਰੀਮੁਲ ਰਹੀਮੇ, ਹਰੀਅੰ ਕਰੀਅੰ ਕਰੀਮੁਲ ਰਹੀਮੇ। ਕਰੀਮਲ ਨਹੀਂ ਕਹਿਣਾ, ਕਰੀਮੁਲ, ਮੰਮੀ ਨੂੰ ਔਂਕੜ, ਕਰੀਮੁਲ। ਉਹ ਹੈ ਜਿਹੜਾ ਪਰਮਾਤਮਾ ਨਾਸ਼ ਕਰਨ ਵਾਲਾ ਹੈ। ਕਰੀਅੰ ਪੈਦਾ ਕਰਨ ਵਾਲਾ ਹੈ, ਹਰੀਅੰ ਨਾਸ਼ ਕਰਨ ਵਾਲਾ ਵੀ ਹੈ ਤੇ ਪੈਦਾ ਕਰਨ ਵਾਲਾ ਵੀ ਹੈ। ਕਰੀਮੁਲ ਹੁੰਦਾ ਕਿਰਪਾਲੂ ਵੀ ਹੈ, ਰਹੀਮੇ ਰਹਿਮ ਕਰਨ ਵਾਲਾ ਦਿਆਲੂ ਵੀ ਹੈ। ਕਿੱਡੇ ਗੁਣ ਨੇ ਉਹ 'ਚ। ਉਹ ਖਤਮ ਵੀ ਕਰਨ ਵਾਲਾ ਹੈ, ਪੈਦਾ ਵੀ ਕਰਨ ਵਾਲਾ ਹੈ, ਬਖਸ਼ਿਸ਼ ਕਰਨ ਵਾਲਾ ਵੀ ਦਿਆਲੂ ਪਰਮਾਤਮਾ ਹੈ। ਅੱਗੇ ਸੱਚੇ ਪਾਤਸ਼ਾਹ ਕਹਿੰਦੇ 76 ਚੱਕਰ ਵਰਤੀ। 76 ਹੁੰਦਾ 4 ਗਿਣਤੀ ਤੋਂ, 4 ਕੁੰਟਾਂ 'ਚ ਉਹਦੀ ਸ਼ਕਤੀ ਹੈ ਜਿਹੜੀ ਚੱਕਰ ਹੈ। ਵਰਤੀ ਵਰਤਣ ਵਾਲਾ ਵਿਆਪਕ ਹੈ। ਉਹ ਅਕਾਲ ਪੁਰਖ 4 ਚੱਕਾਂ ਭਾਵ ਸਾਰੀ ਧਰਤੀ ਤੇ ਵਰਤਣ ਵਾਲਾ ਹੈ। ਔਰ 76 ਚੱਕਰ ਭੁਗਤੇ ਅਤੇ 64 ਕੁੰਟਾਂ ਦੇ ਜੀਆਂ ਨੂੰ ਭੋਗਣ ਵਾਲਾ, ਖਤਮ ਵੀ ਕਰਨ ਵਾਲਾ, ਭੋਗ ਵੀ ਪਾ ਦਿੰਦਾ। ਸਵਯੰ ਭਵ ਸੁਪੰ ਸਰਬ ਦਾ ਸਰਬ ਜੁਗਤੇ। ਸਵਯੰ ਭਵ ਹੁੰਦਾ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼। ਸੁਪੰ ਹੁੰਦਾ ਉੱਤਮ। ਸਰਬ ਦਾ ਹੁੰਦਾ ਹੈ ਕਿ ਸਾਰਿਆਂ ਸਮਿਆਂ ਵਿੱਚ। ਫਿਰ ਸਰਬ ਜੁਗਤੇ, ਸਰਬ ਦਾ ਅੱਡ ਹੈ, ਸਰਬ ਜੁਗਤੇ ਅੱਡ ਹੈ। ਉਹ ਮਹਾਰਾਜ ਸਾਰਿਆਂ ਨਾਲ ਜੁੜਿਆ ਹੋਇਆ। ਜੋ ਪਰਮਾਤਮਾ ਹੈ, ਪਰਮੇਸ਼ਰ ਹੈ, ਸੁੱਤੇ ਪ੍ਰਕਾਸ਼ ਹੈ, ਸ਼ੁਭ ਗੁਣਾਂ ਵਾਲਾ ਹੈ ਤੇ ਸਾਰਿਆਂ ਸਮਿਆਂ ਵਿੱਚ ਸਾਰਿਆਂ ਨਾਲ ਜੁੜਿਆ ਹੋਇਆ, ਜੁੜਿਆ ਰਹਿੰਦਾ। ਦੁੱਖ ਆਏ ਤਾਂ ਵੀ ਨਾਲ ਹੈ, ਸੁੱਖ ਆਏ ਤਾਂ ਵੀ ਨਾਲ ਹੈ। ਭਾਵ ਓਤ ਪੋਤ ਹੋਇਆ ਪਿਆ ਹੈ ਉਹ ਪਰਮਾਤਮਾ। ਫਿਰ ਕਹਿੰਦੇ ਦੁਕਾਲੰ ਪਰਨਾਸੀ। ਦੁਕਾਲੰ 2 ਕਾਲਾਂ ਭਾਵ ਜਨਮ ਅਤੇ ਮਰਨ ਨੂੰ ਕਿਹਾ। ਪਰਨਾਸੀ ਨਾਸ਼ ਕਰਨ ਵਾਲਾ, ਜੰਮਣ ਮਰਨ ਨੂੰ ਨਾਸ਼ ਕਰ ਦਿੰਦਾ ਹੈ, ਕੱਟ ਦਿੰਦਾ ਹੈ। ਦੁਕਾਲੰ ਪਰਨਾਸੀ ਪੜ੍ਹਦੇ ਤਾਂ ਅਸੀਂ ਰੋਜ਼ ਹਾਂ, ਪਰ ਇਹ ਸਮਝ ਨਹੀਂ ਪਈ ਕਿ ਕਿਹਾ ਕੀ ਹੈ। ਮਹਾਰਾਜ ਕਿ ਦੁਕਾਲੰ ਦੋਨਾਂ ਸਮਿਆਂ ਭਾਵ ਜੰਮਣਾ ਤੇ ਮਰਨਾ, ਪਰਨਾਸੀ ਨਾਸ਼ ਕਰਨਾ, ਦੋਨਾਂ ਸਮਿਆਂ ਨੂੰ ਨਾਸ਼ ਕਰਨ ਵਾਲਾ ਹੈ। ਮਹਾਰਾਜ ਕਹਿੰਦੇ ਮਨਸਾ ਢਾਰ ਜੋ ਕਰਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ। ਰੋਜ਼ ਤਾਂ ਪੜ੍ਹਦੇ ਹਾਂ ਅਸੀਂ, ਸੋ ਕਹੋ ਟਲ ਗੁਰ ਸੇਵੀ ਹੈ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਅਸੀਂ ਇੱਥੇ ਇੱਕ ਜੀ ਗਰਾਰੀ ਅੜ ਗਈ ਸਾਡੀ ਵੀ, ਆਓ ਤੇ ਰੁਮਾਲਾ ਚੱਕੋ ਤੇ ਸਾਡਾ ਜਨਮ ਮਰਨ ਕੱਟਿਆ ਗਿਆ। ਇੱਥੇ ਅੜ ਗਈ ਹੈ ਗਰਾਰੀ ਸਾਡੀ ਵੀ ਅਸੀਂ ਸੇਵਾ ਕਰ ਲਈ ਹੈ, ਹੁਕਮਨਾਮਾ ਲੈ ਲਿਆ, ਮਹਾਰਾਜ ਦੇ ਅੱਖਰ ਦੇਖ ਲਏ, ਅੰਗ ਦੇਖ ਲਏ, ਪੱਤਰਾ ਦੇਖ ਲਿਆ, ਅਸੀਂ ਦਰਸ਼ਨ ਕਰ ਲਏ। ਦਰਸ਼ਨਾਂ ਦੀ ਬੜੀ ਡੂੰਘੀ ਵਿਚਾਰ ਹੈ, ਕਿਤੇ ਫੇਰ ਵਿਚਾਰਾਂਗੇ। ਦਰਸ਼ਨ ਕਰਨਾ ਇੰਨਾ ਹੀ ਨਹੀਂ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਦੇਖ ਲਿਆ ਬਸ, ਮਹਾਰਾਜ ਨੂੰ ਦੇਖ ਲਿਆ, ਦਰਸ਼ਨ ਕਰ ਲਏ, ਅੱਖਰ ਦੇਖ ਲਏ, ਉਹ ਸਿਆਹੀ ਦੇਖ ਲਈ, ਪੱਤਰੇ ਦੇਖ ਲਏ, ਇਹ ਵੀ ਦਰਸ਼ਨ ਹੈ। ਇੱਕ ਜਿਹਦੇ ਨਾਲ ਮੁਕਤ ਹੋਣਾ, ਉਹ ਅੱਗੇ ਹੋਰ ਦਰਸ਼ਨ ਹਨ। ਸਾਡੇ ਮਨ ਤਾਂ ਈਰਖਾ ਚੱਲੀ ਜਾਂਦੀ, ਉੱਦਾਂ ਅਸੀਂ ਹੁਕਮਨਾਮਾ ਵੀ ਲਿਆ, ਉੱਦਾਂ ਅਸੀਂ ਮਹਾਰਾਜ ਨੂੰ ਦੇਖਿਆ ਵੀ ਹੈ। ਮਹਾਰਾਜ ਕਹਿੰਦੇ ਡਿਠਿਆ ਮੁਕਤ ਨਾ ਹੋਊ, ਜਿੱਥੇ ਸ਼ਬਦ ਨਾ ਕਰੇ ਵਿਚਾਰ। ਦਰਸ਼ਨ ਇੱਕ ਹੋਰ ਹਨ, ਅੱਗੇ ਹੋਰ ਤਰੀਕੇ ਨਾਲ ਹੁੰਦੇ ਹਨ। ਹੁਣ ਸਾਰੀ ਗੱਲ ਫਿਰ ਸਪਸ਼ਟ ਨਹੀਂ ਕਰੀ ਦੀ, ਫਿਰ
ਤਾਂ ਇਹ ਠੀਕ ਨਹੀਂ ਹੁੰਦਾ ਇੱਦਾਂ। ਕਈ ਇਹੋ ਜਿਹੀਆਂ ਚੀਜ਼ਾਂ ਉਹ ਜਿਹੜਾ ਸ਼ਰਨ ਵਿੱਚ ਆਉਂਦਾ ਉਹਨੂੰ ਉਦੋਂ ਹੀ ਦੱਸੀ ਦੀਆਂ। ਜਦੋਂ ਅਸੀਂ ਦੇਖ ਲੈਂਦੇ ਹਾਂ ਨਾ ਵੀ ਇਹ ਹੁਣ ਮੂੰਹ ਨਾਲ ਤਾਂ ਅਸੀਂ ਤਾਂ ਬਹੁਤ ਸਾਨੂੰ ਕਹਿੰਦੇ ਆ ਤੁਹਾਡੇ ਹੀ ਬਾਬਾ ਜੀ ਦੀ ਰੱਖਣ ਦੇ ਆ, ਤੁਹਾਡੇ ਸੇਵਾਦਾਰ ਆ, ਪਰ ਮਾੜੀ ਜੀ ਗੱਲ ਕਹੀ ਕਿਸੇ ਨੂੰ ਉਹਦੀ ਅੱਗ ਬਬੂਲਾ ਹੋ ਜਾਂਦੇ ਵੀ ਸੇਵਾਦਾਰ ਕਾਹਦੇ ਹੁੰਦੇ। ਇਸ ਕਰਕੇ ਬਹੁਤਾ ਨਹੀਂ ਦੱਸਣਾ ਹੁੰਦਾ ਚੰਗਾ, ਉਹ ਤਾਂ ਪ੍ਰੇਮੀ ਨੂੰ ਹੀ ਦੱਸਿਆ ਜਾਂਦਾ। ਉਹ ਪ੍ਰੇਮੀ ਦਾ ਪ੍ਰੇਮ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਪ੍ਰੇਮ ਆ। ਉੱਦਾਂ ਤਾਂ ਇੱਥੇ ਬਹੁਤ ਕਹਿੰਦੇ ਫਿਰਦੇ ਸਾਨੂੰ ਤੁਹਾਡੇ ਰੱਖਣ ਦੇ ਬਾਬਾ ਜੀ, ਬਸ ਤੁਹਾਡੀ ਕਿਰਪਾ ਹੀ, ਤੁਹਾਡੇ ਸੇਵਾਦਾਰ ਆ। ਮਾੜੀ ਜੀ ਗੱਲ ਕਹੀਏ ਤੇ ਉਹਦੀ ਅੰਗ ਬਬੂਲਾ ਹੋ ਜਾਂਦਾ। ਪਤਾ ਹੈ ਸਾਨੂੰ ਸਾਰਾ ਹੀ। ਇੱਕ ਦਰਸ਼ਨ ਹਨ, ਇਹ ਸਾਰਾ ਕੁਛ ਏਦਾਂ ਹੀ ਨਹੀਂ ਦੱਸ ਦਈਦਾ ਹੁੰਦਾ। ਪਾਤਸ਼ਾਹ ਕਹਿੰਦੇ ਦੁਕਾਲੰਗ ਪ੍ਰਣਾਸੀ, ਬੜੇ ਗਹਿਰੇ ਅਰਥ ਨੇ ਦੁਕਾਲੰਗ ਪ੍ਰਣਾਸੀ ਦੇ। ਪੜ੍ਹਦੇ ਤਾਂ ਅਸੀਂ ਰੋਜ਼ ਆ, ਝੱਟ ਕਹਿ ਕੇ ਲੰਘ ਜਾਂਦੇ ਆ, ਕਿ ਸੈਕਿੰਡ ਨਹੀਂ ਲੱਗਦਾ। ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪ ਸਦਾਂਗ ਸੰਗੇ ਅਪੰਗੰਗ ਵਿਭੂਤੇ, ਅਰਥ ਬੜੇ ਗਹਿਰੇ ਨੇ ਇਹਨਾਂ ਪੰਕਤੀਆਂ ਦੇ। ਸੋ ਅੱਜ ਇੰਨਾ ਹੀ ਜਾਣੋ ਕਿ ਉਹ ਦੋਹਾਂ ਸਮਿਆਂ ਨੂੰ, ਜੰਮਣ ਤੇ ਮਰਨ ਨੂੰ ਨਾਸ਼ ਕਰਨ ਵਾਲਾ ਹੈ। ਦਇਆਲੰਗ ਸਰੂਪੇ, ਦਇਆ ਦਾ ਸਰੂਪ ਹੈ, ਸਭ ਤੇ ਦਇਆ ਕਰਦਾ ਹੈ, ਸਭ ਤੇ ਕਿਰਪਾ ਕਰਦਾ। ਤੇ ਦਇਆ ਉਹਦੇ ਤੇ ਕਰੂ ਜਿਹੜਾ ਕੋਲੇ ਆਊ, ਖੜੂ ਕੋਲੇ ਬੈਠੂ ਆ ਕੇ ਕੋਲੇ। ਜਦੋਂ ਦੂਰ ਦੀ ਲੰਘ ਗਿਆ ਉਹ ਤੇ ਦਇਆ ਕਿਵੇਂ ਕਰੇ। ਕਬੀਰ ਪੂਰਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਉਹ ਤਾਂ ਕਹਿੰਦਾ ਦਇਆ ਕਰਾਂ ਤੇਰੇ ਤੇ, ਖੜਦਾ ਹੀ ਨਹੀਂ ਉਹਦੇ ਕੋਲ। ਪਰ ਉਹ ਦਇਆਲਤਾ ਦੇ ਸਰੂਪ ਵਾਲਾ ਹੈ। ਤੇ ਕਰਦਾ ਕੀ ਆ ਉਹ, ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਪਾਤਸ਼ਾਹ ਕਹਿੰਦੇ ਸਦਾ ਅੰਗ ਸੰਗੇ, ਉਹ ਅੰਗਾਂ ਤੋਂ ਵੀ ਨੇੜੇ ਆ ਤੇਰੇ। ਤਾਂ ਬਹੁਤ ਪੜ੍ਹਿਆ ਕਰੋ ਬਾਣੀ, ਕਿਤੇ ਸਹਿਜ ਪਾਠ ਕਰਿਆ ਕਰੋ। ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋਏ। ਤੇਰੇ ਹੱਥ ਦੂਰ ਨੇ, ਹੱਥ ਆਪਣੇ ਕਿੰਨੇ ਨੇੜੇ, ਹੱਥ ਤੇ ਪੈਰ ਲਾਗੇ ਹੀ ਆ ਨਾ। ਤੇ ਬਾਣੀ ਕਹਿੰਦੀ ਪ੍ਰਮਾਤਮਾ ਤੇਰੇ ਹੱਥਾਂ ਪੈਰਾਂ ਤੋਂ ਵੀ ਨੇੜੇ ਆ। ਕਿੱਥੇ ਕਾ ਫਿਰ ਉਹ ਹੱਥ ਤਾਂ ਸਾਨੂੰ ਸਭ ਤੋਂ ਲਾਗੇ ਲੱਗਦੇ, ਕੋਲੇ ਹੀ ਨੇ ਸਾਡੇ। ਤੇ ਬਾਣੀ ਕਹਿੰਦੀ ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ। ਸਹਿਜ ਨਾਲ ਇਹਦਾ ਪਤਾ ਲੱਗਦਾ, ਸਹਿਜ ਨਾਲ ਇਹਨੂੰ ਅਨੁਭਵ ਕੀਤਾ ਜਾਂਦਾ। ਉਹ ਮਹਾਰਾਜ ਕਹਿੰਦੇ ਉਹ ਇੰਨਾ ਅੰਗ ਸੰਗ, ਅੰਗਾਂ ਤੋਂ ਵੀ ਨੇੜੇ ਨੇ ਤੇਰੇ। ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਅਭੰਗੰ ਹੈ ਜਿਹੜਾ, ਉਹਨੂੰ ਕਹਿੰਦੇ ਨਾਸ਼ ਤੋਂ ਰਹਿਤ। ਵਿਭੂਤੇ ਹੈ ਐਸ਼ਵਰ ਦੇਵੀ ਸੰਪਤਾ ਵਾਲਾ। ਦੇਵੀ ਗੁਣ ਹੁੰਦੇ ਜਿਹੜੇ, ਦੇ ਗੁਣ ਸੱਤ ਭੈਣ ਭਰਾ ਹੈ ਬਾਣੀ ਚ ਕਿਹਾ। ਇੱਕ ਦੇਵੀ ਗੁਣ ਹੈ। ਦੇਵੀ ਗੁਣ ਕਿਹੜੇ? ਸੱਤ, ਸੰਤੋਖ, ਦਇਆ, ਖਿਮਾ, ਧੀਰਜ, ਸਹਿਜ। ਇਹ ਹੈਗਾ ਸਾਡੇ ਚ ਇਹਨਾਂ ਚ ਕੋਈ? ਦਇਆ ਹੈ ਸਾਡੇ ਕੋਲ, ਸੰਤੋਖ ਹੈ ਸਾਡੇ ਕੋਲ, ਖਿਮਾ ਹੈ ਸਾਡੇ ਕੋਲ, ਸਹਿਜ ਹੈ ਸਾਡੇ ਕੋਲ, ਨਿਮਰਤਾ ਹੈ ਸਾਡੇ ਕੋਲ, ਹਰੇਕ ਨਾਲ ਪਿਆਰ ਕਰਨਾ ਉਹ ਹੈ ਸਾਡੇ ਕੋਲ। ਇਹਨਾਂ 'ਚ ਤਾਂ ਕੱਖ ਵੀ ਨਹੀਂ ਹੈ ਸਾਡੇ ਕੋਲ। ਤਾਂ ਦੁਬਾਰੇ ਫੇਰ ਸੁਣਿਓ, ਸਤ, ਸੰਤੋਖ, ਦਇਆ, ਖਿਮਾ, ਸਹਿਜ, ਨਿਮਰਤਾ, ਭਗਤੀ, ਪ੍ਰੇਮ, ਇਹਨਾਂ ਨੂੰ ਦੈਵੀ ਗੁਣ ਕਹਿੰਦੇ ਨੇ। ਇਹ ਜਿਹੜੇ ਦੇਵਤਿਆਂ ਵਰਗੇ ਮਨੁੱਖ ਹੁੰਦੇ ਹਨ ਉਹਨਾਂ ਕੋਲੇ ਦੈਵੀ ਗੁਣ ਹੋਇਆ ਕਰਦੇ ਹਨ। ਹੁਣ ਆਪਾਂ ਜਿੰਨੀ ਕਥਾ ਸੁਣਨੀ, ਦੇਖਿਓ ਵੀ ਸਾਡੇ 'ਚ ਇਹਨਾਂ 'ਚ ਹੈਗਾ ਕੋਈ। ਜੇ ਨਹੀਂ ਹੈ ਤਾਂ ਇਹਨਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਤੇ ਇਹਨਾਂ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਜਾਪ ਸਾਹਿਬ ਦਾ ਤਾਂ ਨਹੀਂ ਜ਼ੋਰ ਲੱਗਾ ਕਥਾ ਦਾ ਥੋੜ੍ਹਾ ਜਿਹਾ ਅਖੀਰਲੇ ਸ਼ੰਤ ਤੇ ਮਹਾਰਾਜ ਨੇ ਬਹੁਤ ਨਿਚੋੜ ਕੱਢਿਆ ਸਾਰੇ ਜਾਪ ਸਾਹਿਬ ਦਾ ਵਿੱਚ। ਇਹਨੂੰ ਬਹੁਤ ਸਮਾਂ ਲੱਗ ਸਕਦਾ ਅਰਥ ਕਰਨ ਵਾਸਤੇ। ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ।
ਐਵੇਂ ਨਹੀਂ ਕਿਹਾ ਸੀ ਗੁਰੂ ਨਾਨਕ ਦੇਵ ਮਹਾਰਾਜ ਨੇ। ਬਾਬਾ ਲਹਿਣਾ ਸਾਹਿਬ ਜੀ ਨੂੰ ਨਾਮ ਰੱਖਿਆ ਅੰਗਦ, ਮੇਰਾ ਅੰਗ ਹੈ ਤੂੰ। ਅਭੰਗੰ ਵਿਭੂਤੇ, ਉਹ ਜਿਹੜੇ ਦੈਵੀ ਗੁਣ ਹੈ ਉਹ ਸੰਪਦਾ ਵਾਲਾ ਹੈ। ਪਰਮਾਤਮਾ ਕੋਲੇ ਕੀ ਹੈ? ਭਗਤੀ ਕਰਨ ਲੱਗ ਗਿਆ, ਕੋਈ ਬੰਦਗੀ ਕਰਨ ਲੱਗ ਗਿਆ, ਕੋਈ 4 ਰੁਪਈਏ ਆ ਗਏ, ਕਹਿੰਦੇ ਮੈਨੂੰ ਬਹੁਤ ਕੁਛ ਮਿਲਿਆ। ਮਹਾਰਾਜ ਕਹਿੰਦੇ ਉਹ ਤਾਂ ਦੈਵੀ ਸੰਪਦਾ ਵਾਲਾ ਹੈ, ਤੈਨੂੰ ਤਾਂ ਕੱਖ ਵੀ ਨਹੀਂ ਹਲੇ ਦਿੱਤਾ ਉਹਨੇ। ਉਹ ਤਾਂ ਉਹਨਾਂ ਕੋਲੇ ਤਾਂ ਬੜੀਆਂ ਦਾਤਾਂ ਨੇ, ਬੜੀ ਕਿਰਪਾ ਹੈ, ਬੜੀ ਰਹਿਮਤ ਹੈ, ਬੜੀ ਬਖਸ਼ਿਸ਼ ਹੈ। ਉਹਨਾਂ ਦੇ ਨੇਤਰਾਂ ਵਿੱਚੋਂ ਉਹਨਾਂ ਨੂੰ ਦੇਖਦੇ ਹਾਂ ਜਦੋਂ ਰੱਬ ਦੇ ਪਿਆਰਿਆਂ ਨੂੰ ਸ਼ਾਂਤੀ ਆਉਂਦੀ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਸਾਡੇ ਅੰਦਰ ਸਹਿਜ ਪ੍ਰਗਟ ਹੁੰਦਾ, ਸਾਡੇ ਅੰਦਰ ਆਨੰਦ ਪ੍ਰਗਟ ਹੁੰਦਾ। ਉਹਨਾਂ ਦੇ ਬਚਨ ਸੁਣ ਕੇ ਸਾਨੂੰ ਆਨੰਦ ਆਉਂਦਾ ਅਤੇ ਅਸੀਂ ਹਿਸਾਬ ਲਾਈ ਉਹਨਾਂ ਦੇ ਅੰਦਰ ਕਿੰਨਾ ਆਨੰਦ ਹੋਵੇਗਾ, ਕਿੰਨੀ ਕਿਰਪਾ ਵਰਤਦੀ ਹੋਵੇਗੀ। ਇਸ ਤਾਂ 2 ਬਚਨ ਸੁਣ ਲਈਏ, ਮਿਲ ਲਈਏ, ਕਿੰਨਾ ਸਾਨੂੰ ਐਂ ਲੱਗਦਾ ਬਹੁਤ ਵਧੀਆ ਹੋਇਆ ਮਹਾਂਪੁਰਖਾਂ ਕੋਲ ਬੈਠੇ, ਮਹਾਂਪੁਰਖਾਂ ਦੇ ਬਚਨ ਸੁਣਨ ਨੂੰ ਮਿਲੇ। ਅਤੇ ਇਹ ਵੇਖੋ ਵੀ ਉਹਨਾਂ ਦੇ ਅੰਦਰ ਕਿੰਨੀ ਕਿਰਪਾ ਵਰਤਦੀ ਹੋਵੇਗੀ। ਮਹਾਰਾਜ ਕਹਿੰਦੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਉਹ ਸਦਾ ਅੰਗਾਂ ਤੋਂ ਵੀ ਨੇੜੇ ਰਹਿਣ ਵਾਲਾ ਹੈ, ਹਰ ਵਕਤ ਅੰਦਰ ਹੈ। ਉਹ ਤਾਂ ਅਭੰਗੰ ਵਿਭੂਤੇ ਤੇ ਔਰ ਸੱਚੇ ਪਾਤਸ਼ਾਹ ਕਹਿੰਦੇ ਉਹ ਸਰੀਰ ਦੇ ਨਾਸ਼ ਤੋਂ ਰਹਿਤ ਦੇਵੀ ਸੰਪਦਾ ਵਾਲਾ ਹੈ। ਸੋ ਜਾਪ ਸਾਹਿਬ ਦੀ ਕਥਾ ਅੱਜ ਸੰਪੂਰਨਤਾ ਹੀ ਹੋਈ ਹੈ। ਇਹਦੀ ਖੁਸ਼ੀ ਵਿੱਚ ਜੈਕਾਰਾ ਬੁਲਾਉਣਾ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ। ਗਰੀਬ ਨਵਾਜ ਜੀ ਨੇ ਕਲਗੀਧਰ ਪਾਤਸ਼ਾਹ ਦਾ ਕੋਟਾਨ ਕੋਟ ਸ਼ੁਕਰ ਹੈ। ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਹੈ। ਪਿਆਰ ਵਾਲੀਆਂ ਸੰਗਤਾਂ ਸਾਰੀਆਂ ਜਿਨ੍ਹਾਂ ਨੇ ਪ੍ਰੇਰਨਾ ਦੇ ਕੇ, ਅਸੀਸਾਂ ਦੇ ਕੇ ਇਹ ਸੇਵਾ ਇਸ ਮੂਰਖ ਤੋਂ, ਦਾਸਰੇ ਤੋਂ ਅਸੀਂ ਕਰਨ ਜੋਗੇ ਨਹੀਂ। ਮੇਰੇ 'ਚ ਕੋਈ ਸਮਰੱਥਾ ਨਹੀਂ ਕਿ ਮੈਂ ਬਾਣੀ ਦੀ ਵਿਚਾਰ ਕਰਕੇ ਸੰਗਤਾਂ ਨੂੰ ਸਰਵਣ ਕਰਾ ਸਕਾਂ। ਇਹ ਸੰਗਤ ਦੀ ਦਿਆਲਤਾ ਹੋਈ, ਗੁਰੂ ਦੀ ਕਿਰਪਾ ਹੋਈ, ਸੰਗਤ ਦੀਆਂ ਅਸੀਸਾਂ ਦੇ ਨਾਲ ਇਹ ਕਾਰਜ। ਸਾਧ ਸੰਗਤ ਜੀ ਤੁਹਾਡਾ ਆਪਣਾ ਹੈ, ਤੁਸੀਂ ਆਪਣਾ ਕਾਰਜ ਆਪ ਕਰਵਾਇਆ ਹੈ। ਦਾਸ ਤੋਂ ਜਪਜੀ ਸਾਹਿਬ ਦੀ ਵਿਚਾਰ ਕਰਦੇ ਹਾਂ, ਜਾਪ ਸਾਹਿਬ ਦੀ ਵਿਚਾਰ ਕਰਦੇ ਹਾਂ, ਬਾਣੀ ਵਿੱਚੋਂ ਉਚਾਰਨ ਕਰਦਿਆਂ ਇਕਾਈ ਹੋ ਜਾਂਦੀ ਹੈ, ਅਰਥ ਕਰਦਿਆਂ ਇਕਾਈ ਹੋ ਜਾਂਦੀ ਹੈ, ਗੁਰਮਤਿ ਦੀਆਂ ਵਿਚਾਰਾਂ ਕਰਦਿਆਂ ਇਕਾਈ ਹੋ ਜਾਂਦੀ ਹੈ। ਕਿਸੇ ਸੰਗਤ ਵਿੱਚੋਂ ਕਿਸੇ ਗੁਰਮੁਖ ਦੇ ਸ਼ਾਨ ਦੇ ਖਿਲਾਫ ਵਿਚਾਰ ਕਰਦਿਆਂ ਸ਼ਾਇਦ ਬੋਲਿਆ ਜਾਂਦਾ। ਮੈਂ ਸਭ ਤੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਲੰਬਾ ਪੈ ਕੇ ਸਭ ਤੋਂ ਖਿਮਾ ਮੰਗਦਾ ਹਾਂ। ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੈ, ਬਦਨ ਪਸਾਰ। ਸੰਗਤ ਦੇ ਚਰਨਾਂ ਦੇ ਦਰ ਦੇ ਕੂਕਰ ਹਾਂ। ਇੱਦਾਂ ਹੀ ਆਪਣੇ ਕੂਕਰ ਨੂੰ ਆਪਣੇ ਚਰਨਾਂ 'ਚ ਬਿਠਾਈ ਰੱਖਣਾ ਜੀ। ਅਸੀਸ ਦੇਣੀ, ਮਿਹਰਾਂ ਕਰਨੀਆਂ, ਬਖਸ਼ਿਸ਼ਾਂ ਕਰਨੀਆਂ, ਭੁੱਲਾਂ ਬਖਸ਼ ਦੇਣੀਆਂ, ਸੇਵਾ ਇਹ ਪ੍ਰਵਾਨ ਕਰ ਲੈਣੀ। ਸ੍ਰੀ ਜਾਪ ਸਾਹਿਬ ਜੀ ਔਰ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰਨੀ, ਸਤਿਗੁਰੂ ਤੁਸੀਂ ਆਪ ਕਿਰਪਾ ਕਰਕੇ ਇਹ ਸੇਵਾਵਾਂ ਗਰੀਬਾਂ ਤੋਂ ਲਈਆਂ ਹਨ। ਇਸੇ ਤਰ੍ਹਾਂ ਅੱਗੇ ਤੋਂ ਵੀ ਬਾਣੀ ਦੀ ਵਿਚਾਰ ਕਰਵਾਉਂਦੇ ਰਹਿਣਾ, ਮਿਹਰਾਂ ਰੱਖਣੀਆਂ, ਨਿਤਨੇਮ ਬਖਸ਼ਣਾ, ਸਿਮਰਨ ਬਖਸ਼ਣਾ, ਦੇਵੀ ਗੁਣਾਂ ਦੀ ਕਮਾਈ ਕਰਨ ਦੀ ਦਾਤ ਬਖਸ਼ਿਸ਼ ਕਰਨੀ। ਮਹਾਰਾਜ ਦੇਵੀ ਗੁਣਾਂ ਵਿੱਚ ਜੀਵਨ ਨੂੰ ਰੱਖਣਾ, ਮਿਹਰਾਂ ਰੱਖਣੀਆਂ। ਇਹ ਇੱਕ ਕਿਲ੍ਹਾ ਹੈ, ਮਹਾਂਪੁਰਖ ਕਿਆ ਕਰਦੇ ਸਨ ਬਾਬਾ ਨੰਦ ਸਿੰਘ ਜੀ। ਸੰਗਤ ਇੱਕ ਬਹੁਤ ਵੱਡਾ ਮਹਾਨ ਕਿਲ੍ਹਾ ਹੈ। ਜਿਹੜਾ ਕਿਲ੍ਹੇ ਵਿੱਚ ਅੰਦਰ ਰਹਿੰਦਾ ਹੈ ਉਹਨੂੰ ਦੁਸ਼ਮਣ ਦਾ ਡਰ ਨਹੀਂ, ਦੁਸ਼ਮਣ ਉਹਦੇ 'ਤੇ ਵਾਰ ਨਹੀਂ ਕਰ ਸਕਦਾ। ਕਿਲ੍ਹੇ ਦੇ ਅੰਦਰ ਰਹੀਏ ਤਾਂ ਭੈ ਨਹੀਂ ਹੁੰਦਾ ਕਿਸੇ ਦਾ। ਸੰਗਤ ਰੂਪੀ ਬਾਬਾ ਜੀ ਕਹਿੰਦੇ ਕਿਲ੍ਹੇ ਦੇ ਅੰਦਰ ਰਹੀਏ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸ਼ਾ, ਤ੍ਰਿਸ਼ਨਾ, ਵਿਸ਼ੇ ਵਿਕਾਰ, ਮੈਂ ਮੇਰੀ, ਇਹ ਜਿਹੜੇ ਦੁਸ਼ਮਣ ਹਨ ਸਾਡੇ, ਇਹਨਾਂ ਦਾ ਡਰ ਨਹੀਂ ਰਹਿੰਦਾ ਜੇ ਸੰਗਤ ਰੂਪੀ ਕਿਲ੍ਹੇ ਦੇ ਅੰਦਰ ਰਹੀਏ। ਸੋ ਸਾਧ ਸੰਗਤ, ਸੰਗਤ ਰੂਪੀ ਕਿਲ੍ਹੇ ਦੇ ਅੰਦਰ ਆਪ ਜੀ ਨੇ ਕਿਰਪਾ ਕਰਕੇ ਗਰੀਬੜਿਆਂ ਨੂੰ, ਦਾਸਰਿਆਂ ਨੂੰ ਰੱਖਣਾ ਹੈ। ਇੱਦਾਂ ਹੀ ਅਸੀਸਾਂ ਦਿੰਦੇ ਰਹਿਣਾ।
ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।